प्यारे बच्चों, 10वीं क्लास ਦੇ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਅੱਜ ਅਧਿਆਏ 9ਵਾਂ ਅਧਿਆਏ 9 ਤੋਂ ਪਹਿਲਾਂ ਆਪਾਂ ਅਧਿਆਏ 8 ਦੇਖਦੇ। ਠੀਕ ਹੈ, ਅਧਿਆਏ 8 ਤ੍ਰਿਕੋਣਮਿਤੀ ਨਾਲ ਜਾਣ ਪਛਾਣ। ਤ੍ਰਿਕੋਣਮਿਤੀ ਨਾਲ ਜਾਣ ਪਛਾਣ, ਜਾਣ ਪਹਿਚਾਣ। ਬੇਟਾ ਤੁਸੀਂ ਇਹ ਕਰਨ ਲੱਗੇ ਹੋ, ਅੱਜ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਕਿਉਂ ਮੁਬਾਰਕਾਂ? ਇਹੋ ਜਿਹੀ ਕੀ ਗੱਲ ਹੈ ਬੇਟਾ? ਜਦੋਂ ਅਸੀਂ ਅੱਗੇ 10ਵੀਂ ਤੋਂ ਬਾਅਦ ਮੈਥ ਰੱਖਦੇ ਹਾਂ ਤਾਂ ਉਸ ਵਿੱਚ ਸਾਨੂੰ ਇਹੀ ਤ੍ਰਿਕੋਣਮਿਤੀ ਮਤਲਬ ਟ੍ਰਿਗਨੋਮੈਂਟਰੀ ਇਹ ਹੀ ਕੰਮ ਆਉਂਦੀ ਹੈ। ਅੱਗੇ ਸਾਡਾ ਮੈਥ ਇਹ ਹੀ ਚੱਲਦਾ, ਟ੍ਰਿਗਨੋਮੈਂਟਰੀ ਦੇ ਉੱਪਰ ਹੀ ਸਾਰੀ ਕਹਾਣੀ ਚੱਲਦੀ ਹੈ ਆਪਣੀ। ਇਸ ਤੋਂ ਬਾਅਦ ਜੇ ਅਸੀਂ ਅੱਗੇ ਮੈਥ ਰੱਖਦੇ ਹਾਂ, ਠੀਕ ਹੈ ਬੱਚੇ। ਜਿਵੇਂ ਹੁਣ ਤੁਸੀਂ ਮੰਨ ਲਓ +1 ਦੇ ਵਿੱਚ ਹੋ ਜਾਂਦੇ ਆ, ਤਾਂ ਤੁਸੀਂ ਜੇ +1 ਦਾ ਦੇਖੋਗੇ ਮੈਥ, ਉਹਦੇ ਵਿੱਚ ਵੀ ਟ੍ਰਿਗਨੋਮੈਂਟਰੀ ਆਉਂਦੀ ਹੈ। +2 ਦੇਖੋਗੇ ਤੁਸੀਂ, ਉਸ ਦੇ ਵਿੱਚ ਵੀ ਟ੍ਰਿਗਨੋਮੈਂਟਰੀ ਆਉਂਦੀ ਹੈ। ਤੁਸੀਂ ਜੇ BSc ਕਰਨ ਲੱਗ ਗਏ, ਉਹਦੇ ਵਿੱਚ ਵੀ ਟ੍ਰਿਗਨੋਮੈਂਟਰੀ ਆਉਣੀ ਹੈ, ਜਾਂ BA ਕਰਨ ਲੱਗ ਗਏ, ਇੱਕੋ ਗੱਲ ਹੈ। ਤੁਸੀਂ ਮੈਥ ਰੱਖੋਗੇ ਤਾਂ ਤੁਸੀਂ ਹੁਣ ਤ੍ਰਿਕੋਣਮਿਤੀ ਬਾਰੇ ਨਾਲ ਹੀ ਖੇਡਣਾ ਹੈ। ਤੁਹਾਡੇ ਤ੍ਰਿਕੋਣਮਿਤੀ ਹੀ ਕੰਮ ਆਉਣੀ ਹੈ, ਹੋਰ ਤੁਹਾਡੇ ਕੁਝ ਨਹੀਂ ਕੰਮ ਆਉਣਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਕੀ ਹੈ, ਆਪਾਂ ਬੇਸਿਕ ਗੱਲਾਂ ਕਰਦੇ ਹਾਂ ਸਾਰੀਆਂ। ਠੀਕ ਹੈ, ਬੇਸਿਕ ਮੈਂ ਅੱਜ ਤੁਹਾਨੂੰ ਇੰਟਰੋ ਹੀ ਦਊਂਗਾ, ਇੰਟਰੋਡਕਸ਼ਨ, ਬੇਸਿਕ ਗੱਲਾਂ ਕਰੂੰਗਾ ਤੁਹਾਡੇ ਨਾਲ ਸਾਰੀਆਂ ਤ੍ਰਿਕੋਣਮਿਤੀ ਦੀਆਂ। ਦੇਖੋ ਬੱਚੇ, ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ ਸਾਡੇ ਕੋਲ 6 ਤਰ੍ਹਾਂ ਦੀਆਂ ਟ੍ਰਾਇੰਗਲ ਹੁੰਦੀਆਂ ਨੇ। ਇੱਕ ਟ੍ਰਾਇੰਗਲ ਉਹ ਹੁੰਦੀ ਆ ਜਿਹਦੀਆਂ ਸਾਰੀਆਂ ਸਾਈਡ ਬਰਾਬਰ ਹੁੰਦੀਆਂ ਨੇ, ਇਹਨੂੰ ਅਸੀਂ ਕੀ ਕਹਿੰਦੇ ਹੁੰਦੇ ਹਾਂ? ਹਾਂਜੀ, ਇਕੁਈਲੇਟਰਲ ਟ੍ਰਾਇੰਗਲ। ਕਿਹੜੀ ਟ੍ਰਾਇੰਗਲ? ਕਿਹੜੀ? ਸਮਭੁਜੀ ਤ੍ਰਿਭੁਜ। ਇੱਕ ਉਹ ਟ੍ਰਾਇੰਗਲ ਹੁੰਦੀ ਆ ਜਿਹਦੀਆਂ ਸਾਡੇ ਕੋਲ ਸਿਰਫ 2 ਭੁਜਾਵਾਂ ਬਰਾਬਰ ਹੁੰਦੀਆਂ ਨੇ, ਇਹਨੂੰ ਕੀ ਕਹਿੰਦੇ ਹੁੰਦੇ ਹਾਂ ਅਸੀਂ? ਸਮਦੋਭੁਜੀ ਤ੍ਰਿਭੁਜ, ਆਈਸੋਸੈਲਸ ਟ੍ਰਾਇੰਗਲ। ਇੱਕ ਉਹ ਟ੍ਰਾਇੰਗਲ ਹੁੰਦੀ ਹੈ ਜਿਹਦੀਆਂ ਸਾਰੀਆਂ ਭੁਜਾਵਾਂ ਵੱਖ-ਵੱਖ ਹੁੰਦੀਆਂ ਨੇ, ਕੋਈ ਨਹੀਂ ਮਿਲਦੀ ਹੁੰਦੀ, ਉਹਨੂੰ ਅਸੀਂ ਕਹਿੰਦੇ ਹਾਂ ਵਿਖਮਭੁਜੀ ਸਕਲੀਨ ਟ੍ਰਾਇੰਗਲ। ਓਕੇ। ਇਸ ਤੋਂ ਇਲਾਵਾ ਇਹ ਤਾਂ ਹੋ ਗਈਆਂ ਆਪਣੀਆਂ ਭੁਜਾਵਾਂ ਦੇ ਆਧਾਰ 'ਤੇ ਤ੍ਰਿਭੁਜ ਦੀਆਂ ਕਿਸਮਾਂ। ਇਵੇਂ ਸਾਡੇ ਕੋਲ ਕੋਣਾਂ ਦੇ ਆਧਾਰ 'ਤੇ ਹੁੰਦੀਆਂ ਨੇ, ਮਤਲਬ ਇੱਕ ਉਹ ਟ੍ਰਾਇੰਗਲ ਜਿਹਦੇ ਤਿੰਨੋਂ ਕੋਣ 90 ਤੋਂ ਘੱਟ ਹੁੰਦੇ ਨੇ, ਉਹ ਕਿਹੜੀ ਹੁੰਦੀ ਆ? ਹਾਂਜੀ, ਨਿਊਨ ਕੋਣੀ ਤ੍ਰਿਭੁਜ, ਤ੍ਰਿਕੋਣ ਕਹਿ ਲਓ ਚਾਹੇ ਤੁਸੀਂ, ਐਕਿਊਟ ਐਂਗਲ ਟ੍ਰਾਇੰਗਲ। ਇੱਕ ਉਹ ਹੁੰਦੀ ਹੈ ਜਿਹਦਾ ਇੱਕ ਐਂਗਲ 90 ਤੋਂ ਵੱਡਾ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਆਬਟਿਊਜ਼ ਐਂਗਲ ਟ੍ਰਾਇੰਗਲ, ਜਾਂ ਤੁਸੀਂ ਕਹਿ ਸਕਦੇ ਹੋ, ਕੀ ਕਹੋਗੇ ਤੁਸੀਂ ਉਹਨੂੰ? ਅਧਿਕ ਕੋਣੀ ਤ੍ਰਿਭੁਜ। ਅਤੇ ਬੇਟਾ ਲਾਸਟ ਵਿੱਚ ਸਾਡੇ ਕੋਲ ਜੋ ਬਚੀ ਹੈ, ਲਾਸਟ ਜੋ ਸਾਡੇ ਕੋਲ ਬਚੀ ਹੈ, ਉਹ ਹੈਗੀ ਆ ਸਾਡੇ ਕੋਲ ਕਿਹੜੀ ਬਚੀ ਆਪਣੇ ਕੋਲ? ਰਾਈਟ ਐਂਗਲ ਟ੍ਰਾਇੰਗਲ, ਜਿਸ ਦੀ ਮੇਨ ਕਹਾਣੀ ਹੈ ਰਾਈਟ ਐਂਗਲ ਟ੍ਰਾਇੰਗਲ, ਜਿਹਦੇ ਵਿੱਚ ਕੋਣ 90 ਦਾ ਹੁੰਦਾ। ਬੇਟਾ ਸਾਰੀ ਕਹਾਣੀ ਹੀ ਇਸ ਦੀ ਹੈ, ਤ੍ਰਿਕੋਣਮਿਤੀ ਹੈ ਹੀ ਇਸ ਉੱਪਰ। ਬਾਕੀ 5 ਦੀ ਆਪਾਂ ਗੱਲ ਨਹੀਂ ਕਰਨੀ, ਬਸ ਇਹਦੇ ਉੱਪਰ ਹੀ ਗੱਲ ਕਰਨੀ ਹੈ। ਬਸ ਤ੍ਰਿਕੋਣਮਿਤੀ ਲਾਗੂ ਹੀ ਇਸ ਟ੍ਰਾਇੰਗਲ 'ਤੇ ਹੁੰਦੀ ਹੈ। ਸਮਝ ਆ ਗਿਆ ਹੁਣ ਔਰ ਤੱਕ ਤੁਹਾਨੂੰ? ਬੇਟਾ ਦੁਬਾਰਾ ਬੋਲਦਾ ਮੈਂ ਕਿ ਜਦੋਂ ਅਸੀਂ ਤ੍ਰਿਕੋਣਮਿਤੀ ਕਰਨ ਲੱਗੇ ਹਾਂ ਤਾਂ ਸਿਰਫ ਇਸ ਟ੍ਰਾਇੰਗਲ ਦੀ ਗੱਲ ਹੋਣੀ ਹੈ, ਹੋਰ ਕਿਸੇ ਵੀ ਟ੍ਰਾਇੰਗਲ ਦੇ ਉੱਪਰ ਅਸੀਂ ਤ੍ਰਿਕੋਣਮਿਤੀ ਦੀ ਗੱਲ ਨਹੀਂ ਕਰਦੇ। ਹੁਣ ਇਹਦੇ ਵਿੱਚ ਦੇਖੋ, ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਇਥਾਗੋਰਸ, ਪਹਿਲੀ ਗੱਲ ਤਾਂ ਬੇਟਾ ਦੇਖੋ, ਚਾਹੇ ਆਪਣਾ ਮੀਡੀਅਮ ਪੰਜਾਬੀ ਹੈ, ਚਾਹੇ ਆਪਣਾ ਮੀਡੀਅਮ ਅੰਗਰੇਜ਼ੀ ਹੈ, ਕੋਈ ਚੱਕਰ ਨਹੀਂ। ਪੰਜਾਬੀ ਵਾਲੇ ਵੀ ਹੁਣ ਇਹਨੂੰ ਇੰਗਲਿਸ਼ 'ਚ ਹੀ ਕਰਨਗੇ, ਤਾਂ ਸਮਝ ਆਉਣਾ ਇਸ ਨੇ ਤ੍ਰਿਕੋਣਮਿਤੀ ਨੇ, ਕਿਉਂਕਿ ਲੰਬ, ਆਧਾਰ, ਕਰਨ, ਥੋੜ੍ਹੀ ਜਿਹੀ ਗੱਲਾਂ ਨੇ ਬਸ। ਲੰਬ ਨੂੰ ਆਪਾਂ ਇੰਗਲਿਸ਼ ਕਹਿੰਦੇ ਹਾਂ ਪਰਪੈਂਡੀਕੂਲਰ, ਠੀਕ ਹੈ ਜੀ, ਅਤੇ ਆਧਾਰ ਨੂੰ ਅਸੀਂ ਬੇਸ ਕਹਿੰਦੇ ਹਾਂ, ਅਤੇ ਕਰਨ ਨੂੰ ਅਸੀਂ ਹਾਈਪੋ ਕਹਿੰਦੇ ਹਾਂ। ਬਸ ਆਹ ਚੀਜ਼ ਯਾਦ ਕਰ ਲਓ। ਇਹ ਕੀ ਆਪਣਾ? ਪਰਪੈਂਡੀਕੂਲਰ, ਲੰਬ। ਇਹ ਕੀ ਆਪਣਾ? ਬੇਸ, ਆਧਾਰ, ਠੀਕ ਹੈ। ਅਤੇ ਆਹ ਕੀ ਹੈ? ਹਾਈਪੋਟੇਨਿਊਜ਼। ਇਹ ਕੀ ਹੈ? ਕਰਨ। ਬੇਟਾ ਇਹ ਯਾਦ ਕਰ ਲਓ, ਠੀਕ ਹੈ। ਹੁਣ ਤੁਹਾਨੂੰ ਪਤਾ ਹੈ ਕਿ ਜਿਵੇਂ ਮਹਾਭਾਰਤ ਹੋਈ ਸੀਗੀ, ਉਸ ਵਿੱਚ ਸਭ ਤੋਂ ਵੱਡਾ ਪਾਂਡਵ ਕਿਹੜਾ ਸੀ? ਕਿਹੜਾ ਸੀ ਸਭ ਤੋਂ ਵੱਡਾ? ਕਰਨ। ਤਾਂ ਕਰਨ ਆਪਣੀ ਕਿਆ ਹੁੰਦੀ ਹੈ? ਸਭ ਤੋਂ ਵੱਡੀ ਭੁਜਾ ਹੁੰਦੀ ਹੈ। ਸਭ ਤੋਂ ਵੱਡੀ ਭੁਜਾ ਕਰਨ ਹੁੰਦੀ ਹੈ। ਮੈਂ ਤੁਹਾਨੂੰ ਜੇ ਕਹਿ ਦੇਵਾਂ ਕਿ ਇੱਕ ਟ੍ਰਾਇੰਗਲ ਆ, ਉਹਦੀ ਇੱਕ ਸਾਈਡ 2 ਆ, ਇੱਕ ਸਾਈਡ 4 ਆ, ਅਤੇ ਇੱਕ ਸਾਈਡ 6 ਆ, ਤਾਂ ਦੱਸੋ ਕਰਨ ਕਿਹੜਾ ਹੈ? ਬੇਟਾ ਕਰਨ 6 ਹੈ।
ਸਭ ਤੋਂ ਵੱਡਾ ਕਰਨ ਹੁੰਦਾ। ਠੀਕ ਹੈ ਬੇਟਾ, ਇੱਕ ਤੁਹਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਦੂਸਰੀ ਗੱਲ, ਇਹਦੇ ਵਿੱਚ ਦੇਖੋ ਜਿਹੜਾ ਆਹ ਐਂਗਲ 90 ਦਾ, 90 ਦੇ ਸਾਹਮਣੇ ਵਾਲਾ ਹੁੰਦਾ ਹਾਈਪੋਟੇਨਿਊਸ ਕਰਨ, 90 ਦੇ ਸਾਹਮਣੇ ਵਾਲਾ। ਅਤੇ ਜੇ ਮੰਨ ਲਓ ਉਰੇ ਬਣਿਆ ਹੋਇਆ ਐਂਗਲ, ਤਾਂ ਇਹਦੇ ਸਾਹਮਣੇ ਇਹ ਹੋ ਗਿਆ ਪਰਪੈਂਡੀਕੂਲਰ, ਤਾਂ ਜੋ ਬਚਿਆ ਬੇਟਾ ਉਹ ਬੇਸ ਹੈ। ਠੀਕ ਹੈ, ਰੱਟਾ ਨਹੀਂ ਮਾਰਨਾ ਇਸ ਗੱਲ ਦਾ। ਫਿਰ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਦੁਬਾਰਾ ਦੱਸਦਾ ਤੁਹਾਨੂੰ ਮੈਂ, ਇੱਕ ਮਿੰਟ। ਹਾਂਜੀ, ਮੈਂ ਇੱਕ ਟਰਾਇੰਗਲ ਉਰੇ ਮੈਂ ਹੁਣ 2 ਟਰਾਇੰਗਲ ਬਣਾਊਂਗਾ, ਧਿਆਨ ਨਾਲ ਸੁਣਿਓ। ਇੱਕ ਆਹ ਟਰਾਇੰਗਲ ਹੈ, ਟਰਾਇੰਗਲ ਰਾਈਟ ਐਂਗਲ ਟਰਾਇੰਗਲ ਹੀ ਬਣਨੀ ਹੈ। ਤ੍ਰਿਕੋਣਮਿਤੀ ਦਾ ਸੰਬੰਧ ਰਾਈਟ ਐਂਗਲ ਟਰਾਇੰਗਲ ਨਾਲ ਹੀ ਹੈ, ਹੋਰ ਤਾਂ ਕੋਈ ਵੀ ਟਰਾਇੰਗਲ ਕੰਮ ਨਹੀਂ ਆਣੀ। ਆਹ ਤੁਹਾਡੇ ਸਾਹਮਣੇ 2 ਟਰਾਇੰਗਲ ਹੋ ਗਈਆਂ। ਮੰਨ ਲਓ ਇੱਕ ਟਰਾਇੰਗਲ 'ਚ ਇੱਥੇ ਬਣਿਆ ਹੋਇਆ ਐਂਗਲ ਥੀਟਾ, ਇੱਕ ਉਰੇ ਬਣਿਆ ਹੋਇਆ ਐਂਗਲ ਥੀਟਾ। ਤਾਂ ਹੁਣ ਦੇਖੋ ਬੇਟਾ, ਆਹ 90 ਦਾ, ਇਹਦੇ ਸਾਹਮਣੇ 90 ਦੇ ਸਾਹਮਣੇ ਵਾਲੀ ਸਾਈਡ ਕਿਆ ਹੋਊਗੀ, ਹਾਈਪੋਟੇਨਿਊਸ ਕਰਨ। ਐਂਗਲ ਦੇ ਸਾਹਮਣੇ ਕਿਆ ਹੁੰਦਾ, ਪਰਪੈਂਡੀਕੂਲਰ। ਜੋ ਬਚਿਆ ਉਹ ਕਿਆ ਹੁੰਦਾ, ਬੇਸ। ਐ ਇੱਥੇ ਆ ਜਾਓ, ਆਹ 90 ਦਾ ਇਹਦੇ ਸਾਹਮਣੇ ਕਿਆ ਹੋ ਗਿਆ, ਇਹ ਹਾਈਪੋ। ਓਕੇ ਜੀ। ਅਤੇ ਆਹ ਐਂਗਲ ਦੇ ਨੀਚੇ ਕਿਆ ਹੋ ਗਿਆ, ਇਹ ਐਂਗਲ ਦੇ ਸਾਹਮਣੇ ਕਿਆ ਹੋ ਗਿਆ, ਪਰਪੈਂਡੀਕੂਲਰ। ਜੋ ਬਚਿਆ ਉਹ ਬੇਸ। ਰਿਮੈਂਬਰ ਦਿਸ। ਅਤੇ ਬੇਟਾ ਸਭ ਨੂੰ ਪਤਾ ਹੈ, ਕਿਆ ਪਤਾ, ਪਾਇਥਾਗੋਰਸ ਥਿਊਰਮ। ਅਸੀਂ ਪਹਿਲੀ ਵਾਰ ਪਾਇਥਾਗੋਰਸ ਕਦੋਂ ਪੜ੍ਹੀ, 7ਵੀਂ ਕਲਾਸ ਦਾ ਟਾਈਮ ਸੀਗਾ, ਅਭਿਆਸ ਕਰੀ ਸੀ 6.5, ਤਾਂ ਪਹਿਲੀ ਵਾਰੀ ਸਾਨੂੰ ਦਰਸ਼ਨ ਹੋਏ ਸੀਗੇ ਪਾਇਥਾਗੋਰਸ ਥਿਊਰਮ ਦੇ। ਪਾਇਥਾਗੋਰਸ ਥਿਊਰਮ ਕੀ ਹੈ, ਕਰਨ ਦਾ ਸਕੇਅਰ, ਕਰਨ ਦਾ ਵਰਗ ਬਰਾਬਰ ਲੰਬ ਦਾ ਵਰਗ ਜਮਾ ਆਧਾਰ ਦਾ ਵਰਗ। ਦੇਖੋ ਐਵੇਂ ਕਰੋ, ਐਚ ਸਕੇਅਰ ਇਜ਼ ਇਕੁਅਲ ਟੂ ਪੀ ਸਕੇਅਰ ਪਲੱਸ ਬੀ ਸਕੇਅਰ। ਬੋਲਣਾ ਵੀ ਸੌਖਾ ਅਤੇ ਯਾਦ ਕਰਨਾ ਵੀ ਸੌਖਾ। ਐਚ ਸਕੇਅਰ ਇਜ਼ ਇਕੁਅਲ ਟੂ ਪੀ ਸਕੇਅਰ ਪਲੱਸ ਬੀ ਸਕੇਅਰ। ਬੇਟਾ ਇਹ ਤਾਂ ਆਪਣੀਆਂ ਹੋ ਗਈਆਂ ਬੇਸਿਕ ਗੱਲਾਂ। ਆਪਾਂ ਤ੍ਰਿਕੋਣਮਿਤੀ 'ਚ ਪੈਰ ਰੱਖਣ ਲੱਗੇ ਹਾਂ, ਬੜੇ ਕਰਮਾਂ ਵਾਲੇ ਆਪਾਂ ਅੱਜ। ਤਾਂ ਦੇਖੋ ਬੇਟਾ, ਹੁਣ ਆਪਾਂ ਮਾੜਾ ਜਿਹਾ ਆਪਾਂ ਗੱਲ ਕਰਦੇ ਹਾਂ ਤ੍ਰਿਕੋਣਮਿਤੀ ਦੇ ਵਿੱਚ ਕਿਆ ਕਿਆ ਹੁੰਦਾ। ਫਿਰ ਆਪਣੀ ਟਰਾਇੰਗਲ, ਐਂਗਲ 90, ਇਹ ਮੰਨ ਲਓ ਥੀਟਾ, ਤਾਂ ਆਹ ਹੋ ਗਿਆ ਹਾਈਪੋ, ਆਹ ਕਿਆ ਹੋ ਗਿਆ ਪਰਪੈਂਡੀਕੂਲਰ, ਅਤੇ ਜੋ ਬਚਿਆ ਉਹ ਕਿਆ ਹੋ ਗਿਆ, ਬੇਸ। ਤਾਂ ਬੇਟਾ ਜਿਹੜਾ ਤ੍ਰਿਕੋਣਮਿਤੀ ਹੈ, ਇਹਦੇ ਜਿਹੜਾ ਪਰਿਵਾਰ ਹੈ, ਇਸ ਪਰਿਵਾਰ ਦੇ 6 ਮੈਂਬਰ ਨੇ। ਪਹਿਲਾਂ ਆਪਾਂ ਉਹਨੂੰ 6 ਮੈਂਬਰ ਨੂੰ ਜਾਣਦੇ ਹਾਂ। ਪਹਿਲਾ ਹੈਗਾ ਸਾਈਨ ਥੀਟਾ, ਕੀ ਬੋਲਣਾ, ਸਾਈਨ ਥੀਟਾ ਬੋਲਣਾ। ਦੂਸਰਾ ਹੈਗਾ ਜੀ ਕੌਸ ਥੀਟਾ, ਤੀਸਰਾ ਹੈਗਾ ਜੀ ਟੈਨ ਥੀਟਾ। 3 ਮੈਂਬਰ ਹੋ ਗਏ। ਉਸ ਤੋਂ ਬਾਅਦ ਜੀ ਚੌਥਾ ਮੈਂਬਰ ਹੁੰਦਾ ਕੌਸੈਕ ਥੀਟਾ। ਫਿਰ ਉਸ ਤੋਂ ਬਾਅਦ ਆਪਣੇ ਕੋਲ ਹੁੰਦਾ ਸੈਕ ਥੀਟਾ, ਪੂਰਾ ਨਾਮ ਸੀਕਨ ਥੀਟਾ। ਅਤੇ ਟੈਨ ਦਾ ਇਹ ਹੁੰਦਾ ਕੌਟ ਥੀਟਾ। ਇਹ 6 ਮੈਂਬਰ ਨੇ ਇਸ ਪਰਿਵਾਰ ਦੇ ਵਿੱਚ। ਅਸੀਂ ਇਹਨਾਂ ਦੀ ਗੱਲ ਹੀ ਕਰਨੀ ਹੈ। ਸਾਈਨ ਥੀਟਾ, ਕੌਸ ਥੀਟਾ, ਟੈਨ ਥੀਟਾ, ਕੌਸੈਕ ਥੀਟਾ, ਸੀਕਨ ਥੀਟਾ, ਕੌਟ ਥੀਟਾ। ਪਹਿਲਾਂ ਇਹਨਾਂ ਨੂੰ ਬੋਲਣਾ ਸਿੱਖੋ, ਠੀਕ ਹੈ ਜੀ। ਸਾਈਨ ਥੀਟਾ, ਕੌਸ ਥੀਟਾ, ਟੈਨ ਥੀਟਾ, ਕੌਸੈਕ ਥੀਟਾ, ਸੀਕਨ ਥੀਟਾ, ਕੌਟ ਥੀਟਾ। ਬੇਟਾ ਇਹ ਮੈਂ ਸਾਹਮਣੇ ਤਾਂ ਲਿਖੇ ਨੇ ਕਿਉਂਕਿ ਕੌਸੈਕ ਅਤੇ ਸਾਈਨ, ਜਿਹੜਾ ਕੌਸੈਕ ਹੁੰਦਾ ਇਹਦਾ ਲਿੰਕ ਸਾਈਨ ਨਾਲ ਹੈ, ਇਹ ਸਾਈਨ ਦਾ ਉਲਟ ਹੁੰਦਾ। ਜਿਹੜਾ ਸੀਕੈਂਟ ਹੈ ਇਹਦਾ ਲਿੰਕ ਕੌਸ ਨਾਲ ਹੈ, ਇਹ ਕੌਸ ਦਾ ਉਲਟ ਹੁੰਦਾ, ਐਵੇਂ। ਅਤੇ ਜਿਹੜਾ ਮੈਂ ਕੌਟ ਲਿਖਿਆ ਪਿਆ, ਕੌਟ ਦਾ ਲਿੰਕ ਹੁੰਦਾ ਟੈਨ ਨਾਲ, ਠੀਕ ਹੈ ਜੀ, 1/10। ਅਤੇ ਇੱਕ ਬਹੁਤ ਵੱਡੀ ਗੱਲ ਦੱਸਣ ਲੱਗਿਆ ਮੈਂ, ਜਦੋਂ ਅਸੀਂ ਸਾਈਨ ਥੀਟਾ ਅਤੇ ਕੌਸ ਥੀਟਾ ਨੂੰ ਆਪਸ 'ਚ ਡਿਵਾਈਡ ਕਰਦੇ ਹਾਂ ਤਾਂ ਬਣ ਜਾਂਦਾ ਟੈਨ ਥੀਟਾ। ਮਤਲਬ ਫਿਰ ਬੇਸ ਕਿਆ ਹੋਇਆ, ਬੇਸ ਤਾਂ ਸਿਰਫ 2 ਹੀ ਹੋਏ, ਸਾਈਨ ਥੀਟਾ। ਬੇਸਿਕ ਕਹਿ ਰਿਹਾ, ਬੇਸ ਹੋਣਾ ਸਮਝੋ। ਬੇਸਿਕ ਕਿਆ ਹੋਇਆ, ਸਾਈਨ ਥੀਟਾ ਅਤੇ ਕੌਸ ਥੀਟਾ। ਓਕੇ ਜੀ, ਕਿਉਂਕਿ ਸਾਈਨ ਕੌਸ ਨੂੰ ਆਪਸ ਡਿਵਾਈਡ ਕਰਾਂਗੇ ਟੈਨ ਬਣ ਜਾਊਗਾ, ਸਾਈਨ ਦਾ ਉਲਟ ਕੌਸੈਕ ਬਣ ਜਾਊਗਾ, ਕੌਸ ਦਾ ਉਲਟ ਸੀਕੈਂਡ ਬਣ ਜਾਊਗਾ। ਇਹ ਆਪਣਾ ਬੇਸਿਕ ਗੱਲਾਂ ਨੇ। ਹੁਣ ਵਾਪਸ ਆਉਂਦੇ ਹਾਂ। ਮੰਨ ਲਓ ਆਹ ਇੱਕ ਟਰਾਇੰਗਲ ਬਣੀ ਹੋਈ ਸੀ। ਹੁਣ ਸਾਈਨ ਥੀਟਾ ਹੁੰਦਾ ਕੀ ਹੈ, ਕਿਸ ਚੀਜ਼ ਨੂੰ ਅਸੀਂ ਸਾਈਨ ਥੀਟਾ ਬੋਲਦੇ ਹਾਂ, ਕੀ ਹੈ ਕਿਆ ਸਾਈਨ ਥੀਟਾ। ਦੇਖੋ ਇੱਕ ਯਾਦ ਕਰਾਂਗੇ ਮੰਤਰ, ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ, ਸੋਨਾ ਚਾਂਦੀ ਤੋਲੇ। I repeat it once again, ਪੰਡਿਤ ਬਦਰੀ ਪ੍ਰਸ਼ਾਦ
हर हर बोले सोना चांदी तोले। तो देखो बेटा आ हो गया P बटे H, आ हो गया B बटे H, आ हो गया P बटे B। ऊपर S लिखा पिया मतलब साइन थीटा, आ को लिखा मतलब कॉस थीटा, आ टी लिखा मतलब टैन थीटा। इस तरह ही मतलब ਤੁਹਾਨੂੰ ਪੁੱਛਿਆ ਜਾਵੇ, ਮੈਂ ਤੁਹਾਨੂੰ ਪੁੱਛਾਂ ਕਿ ਸਾਈਨ ਥੀਟਾ ਕੀ ਹੈ, ਤੁਸੀਂ ਮੈਨੂੰ ਕਿਆ ਜਵਾਬ ਦਿਓਗੇ? ਸਰ ਸਾਈਨ ਥੀਟਾ ਕਿਆ ਹੁੰਦਾ ਹੈ? P/H। ਮੈਂ ਕਹਾਂ ਜੀ ਕੌਸ ਥੀਟਾ ਕਿਆ ਹੈ, ਤੁਸੀਂ ਕਹੋਗੇ ਸਰ B/H। ਮੈਂ ਕਹਾਂ ਬੱਚਿਓ ਟੈਨ ਥੀਟਾ ਕਿਆ ਹੈ, ਤੁਸੀਂ ਕਹੋਗੇ ਸਰ P/B। ਠੀਕ ਹੈ ਜੀ। ਅਤੇ ਬੇਟਾ ਜੇ ਮੈਂ ਤੁਹਾਨੂੰ ਕਹਾਂ ਕੀ ਕਹਾਂ, ਜੇ ਮੈਂ ਤੁਹਾਨੂੰ ਕਹਾਂ कि कॉसेक थीटा क्या है, कॉसेक थीटा, तो बेटा देखो मैं पिछे हूँ तुहानूं दस के हटिया कि कॉसेक की है, साइन का उल्ट है। तो हुण साइन का उल्ट मतलब साइन की है P/H, तो यह की है H/P, उस तो उल्ट। मैं कहा सीकेंड थीटा क्या है, तुसीं कहोगे सर क्या कहोगे, सीकेंड कॉस का उल्ट है। तो हुण देखो सीकेंड की है कॉस का उल्ट, कॉस की है B/H, ये H/B। इसी तरह बेटा मैं कहा कॉट, तो कॉट की है बेटा देखो कॉट की है टैन का उल्ट, तो टैन की है अपने को B/P, तो यही हो जाऊगा P/B का B/P। उम्मीद करदा कि तुहानूं आह समझ आ गया होगा कि साइन थीटा क्या हुंदा, की हुंदा साइन थीटा परपेंडिकुलर ओवर हाइपोटेन्यूज, क्या हुंदा कॉस थीटा बेस ओवर हाइपोटेन्यूज, क्या हुंदा टैन थीटा परपेंडिकुलर ओवर बेस। याद रखने का सौखा तरीका की है बेटा, पंडित बद्री प्रसाद हर हर बोले सोना चांदी तोले। उम्मीद करदा कि समझ आ गई होनी है। आप बेसिक कर रहे हैं, बेसिक। हुण मान लो बेटा आह एक ट्रायंगल है, इस ट्रायंगल दे विच मान लो बेटा इत्थे लिखिया पिया 25, लेट अस सपोज इत्थे लिखिया पिया 24 ते इत्थे लिखिया पिया 7। तो बेटा मेरे ख्याल दे विच मैनूं हुण पुछण दी लोड़ नहीं तुहाडे तो कुछ भी, तुसीं सारे समझ चुके होवोगे। तो बेटा देखो सब तो पहला 25 व्हाट इज़ दिस, 90 के सामने क्या है हाइपो, एंगल के सामने व्हाट इज़ दिस 7 की है परपेंडिकुलर, वेरी गुड। तो बेटा 24 की बचया, जो बचया वो बेस है। तो बेटा हुण मैं तुहानूं कहा कि इहदे विच्चों मैनूं साइन थीटा, मैनूं कॉस थीटा, मैनूं टैन थीटा, मैनूं कॉसैक थीटा, इत्थे लिख लेना चलो, मैनूं कॉसैक थीटा, मैनूं सैक थीटा, मैनूं कॉट थीटा की वैल्यूज़ दसो। तो तुहानूं पता की हुंदा, तुहानूं याद हो चुका है, पंडित बद्री प्रसाद हर हर बोले सोना चांदी तोले। तो तुहाडे याद है कि साइन P/H हुंदा, कॉस B/H हुंदा, टैन P/B हुंदा। तो फिर P/H देखो P कितना 7 तो H कितना 25, तो आ गया साइन थीटा, वेरी गुड। हाँ जी कॉस थीटा क्या हुंदा, क्या हुंदा B/H, तो की हो जाऊगा 24/25। हाँ जी टैन थीटा की हुंदा परपेंडिकुलर ओवर बेस 7/24। तो बेटा हुण ये कॉसैक इहदा उल्ट कर देना 25/7, सीकेंट कॉस का उल्ट कर देना 25/24, कॉट टैन का उल्ट कर देना 24/7। ओके जी, आप बेसिक कर रहे हैं, सिर्फ बेसिक। ये तो आप गल करी साइन थीटा, कॉस थीटा की हुंदा, टैन थीटा, कॉसैक थीटा, सीकेंट थीटा, कॉट थीटा। इस तो बाद बेटा आप 3 फार्मूला करने हैं। पहला फार्मूला साइन स्केयर थीटा प्लस कॉस स्केयर थीटा इक्वल टू 1, बहुत वरतांगे। साइन स्केयर थीटा प्लस कॉस स्केयर थीटा इज इक्वल टू 1 बहुत वरतांगे। कित्थों आया, किमें आया बेटा ये 1 कित्थों आ गया? देखो मैं तुहानूं दस के हटिया, आ परपेंडिकुलर है, मान लो 90 है, ये थीटा है, ठीक है, तो यह हाइपो आ, तो यह बेस है। हाँ जी बेटा साइन थीटा, मैं तुहानूं कहा कि इस ट्रायंगल दे विच साइन थीटा क्या है, तुसीं कहोगे सर पर P/H, वेरी गुड P/H, तो वह क्या है स्केयर।
प्लस मैं कहा जी cos थीटा क्या है इस ट्रायंगल च, तुसीं कहोगे सर B/H, वैरी गुड, ਉਹਦਾ क्या है स्केयर। तो बेटा की होया, देखो ये हो गया P स्केयर, नीचे H स्केयर, प्लस आ की हो गया B स्केयर ओवर H स्केयर। तो बेटा हुण तुहानूं पता है की पता तुहानूं, ਜਦੋਂ बेस सेम ਹੁੰਦੇ ने H स्केयर नीचे आ तो ऊपर क्या हो जाऊगा ऐड हो जाऊगा P स्केयर प्लस B स्केयर। तो बेटा याद करो P स्केयर प्लस B स्केयर क्या है, वो H स्केयर ही है, हाइपो ही होंदा है, होर की होंदा, ठीक है। तो बेटा ये H स्केयर क्या हो गया कैंसल हो गया, की बचा 1 बचया, ठीक है जी। तो मतलब कि क्या साइन स्केयर थीटा प्लस कॉस स्केयर थीटा क्या होंदा है 1 होंदा है। बेटा ਇਹਨੂੰ ही असी अलग अलग फॉर्म च लिख सकते हैं, किवें लिख सकते हैं, जिवें हुण अपने की करिया, ਆਪਾਂ लिखिया साइन स्केयर थीटा प्लस कॉस स्केयर थीटा इक्वल टू 1। ਇਹਨੂੰ ਅਸੀਂ ਐਵੇਂ ਲਿਖ ਸਕਦੇ ਹਾਂ, ਜੇ ਇਹਨੂੰ ਅਸੀਂ ਉੱਧਰ ਲੈ ਜਾਈਏ मतलब ये हो जाऊगा 1 माइनस कॉस स्केयर थीटा, तो इधर क्या रह जाऊगा साइन स्केयर थीटा। जे मैं इत्थों दी साइन स्केयर उधर ले जाता, ये बन जाता 1 माइनस साइन स्केयर थीटा, इत्थे की रह जाता कॉस स्केयर थीटा। चलो एक गल मैं होर करदा तुहाडे नाल, एक गल होर करदा, जे मैं कल्ला कॉस थीटा लिखना होवे फिर की होऊगा, आ स्केयर इधर जाके क्या हो जाऊगा इधर रूट हो जाऊगा 1 माइनस साइन स्केयर थीटा। बेटा ये सारा बेसिक कर रहे हैं आप, थोड़े को पहला फार्मूला आ गया बेटा ये वाला कि साइन स्केयर थीटा प्लस कॉस थीटा इज इक्वल टू 1 होंदा है, तो मैं प्रूव भी करता। दूसरा बेटा थोड़े को आऊगा फार्मूला जिहड़ा तुहानूं देखण नूं मिलना है, वो हैगा सीकेंड स्केयर थीटा माइनस टैन स्केयर थीटा इज इक्वल टू 1। हुण ये 1 किवें आ गया, फिर उसी तरह बेटा देखो ट्रायंगल बना लिया आपने, PBH लिख लिया क्योंकि मैं 90 तो थीटा इत्थे लेने आ। हाँ जी, फिर हुण की है और सीकेंड क्या होंदा मैनूं याद नहीं, बस मैनूं इन्ना याद है कि ये कॉस का उल्टा होंदा, तो कॉस क्या होंदा B/H, तो सीकेंड क्या हो जाऊगा H/B, ओके, ਇਹਦਾ स्केयर माइनस टैन, ठीक है, टैन क्या होंदा बेटा P/B, साइड तो लिख लियो, पंडित बद्री प्रसाद हर हर बोले। तो बेटा देखो की हो गया, ये हो गया H स्केयर अपॉन B स्केयर, ये हो गया P स्केयर अपॉन B स्केयर। तो हुण देखो बेटा नीचे तो सेम है, साढ़े कोले आ गया H स्केयर माइनस P स्केयर, पर बेटा सानू तो पता है, सानू की पता बेटा, सानू पता कि जिहड़ा H स्केयर हुंदा वो बराबर किहदे हुंदा, H स्केयर किहदे बराबर हुंदा, ये हुंदा अपने कोले P स्केयर प्लस B स्केयर, तो आ पिछे लिखा पे माइनस P स्केयर, तो ये कट्टे गए बेटा, की बच गया B स्केयर बटे B स्केयर, ये भी कट्टे गए बेटा, तो 1 आ गया। साढ़े कोले सैकेंड फार्मूला आ गया कि सीकेंड स्केयर थीटा माइनस टैन स्केयर थीटा इज इक्वल टू 1। बेटा ये वाला फार्मूला ज़्यादातर इस रूप च वरत्या जाता है, किस रूप दे विच कि 1 प्लस टैन स्केयर थीटा क्या हुंदा है, की हुंदा है, देखो इधर देखो की होया, आ सीकेंड स्केयर माइनस टैन स्केयर थीटा, जो मैं इस टैन नूं चक के उधर लेके जाऊँगा, इस टैन नूं चक के उधर लेके जाऊँगा तो प्लस हो जाऊगा, इधर की रह जाऊगा इधरले पासे सीकेंड स्केयर थीटा, क्या रह जाऊगा सीकेंड स्केयर थीटा। तो 1 प्लस टैन स्केयर थीटा इज इक्वल टू सीकेंड स्केयर थीटा, इस फॉर्म च ज़्यादा वरत्या जाना। उम्मीद करदा कि तुहानूं उद तक बेसिक समझ आ रहा होना। लो जी बच्चों, तीसरा फार्मूला तो 10वीं च इन्ना ही है, ठीक है, अगे अगे वधी जाणगे। तीजा अपने को फार्मूला आ जाता है कॉस सैक स्केयर थीटा माइनस कॉट स्केयर थीटा इक्वल टू 1। Again we will make a triangle, this is a triangle, this is perpendicular, this is hypo and this is base। now same process, cosec, मैनू पता cosec क्या होंदा, cos साइन का उल्टा होंदा, बस इन्ना पता है, तो साइन क्या होंदा P/H, तो cosec की हो गया H/P होल स्केयर।
माइनस कॉट स्क्वायर थीटा। मैनू नहीं पता कि कॉट स्क्वायर थीटा क्या होंदा, मैनू इन्ना पता कि कॉट क्या है टैन दा उल्ट, तो टैन क्या होंदा पी बटे बी, तो एक ही हो जाऊगा बी अपॉन पी स्केयर। तो ये हो गया एच स्केयर अपॉन पी स्केयर माइनस बी स्केयर अपॉन पी स्केयर। नाउ टेक एलसीएम, base is same, denominator is same, you will write h square minus b square, and we know that what we know that h square is equal to what is this b square plus b square. Now b square cancel out and we will got p square upon p square, and here the answer is again 1. okay, बस थोड़े को तीसरा फार्मूला आ गया cos x के थीटा माइनस cos के थीटा इज इक्वल टू 1. If we shift cos के theta from left to right, then you will got, what will you got? 1 plus cos के theta is equal to cosecant square theta. okay, clear? चलो जी, ਇਹ ਸੀ ਬੇਟਾ ਆਪਣੇ 3 ਫਾਰਮੂਲੇ ਜੋ ਅਸੀਂ ਨੇ ਪ੍ਰੂਵ ਕੀਤੇ ਨੇ। ਇਸ ਤੋਂ ਇਲਾਵਾ ਬੇਟਾ ਤੁਹਾਨੂੰ ਕੀ ਕਰਨਾ ਪਊਗਾ, ਇੱਕ ਤੁਸੀਂ ਯਾਦ ਕਰਨਾ ਟੇਬਲ। ਕਿਆ ਟੇਬਲ? ਉਹ ਟੇਬਲ ਦੇ ਵਿੱਚ ਦੇਖੋ ਇਹ ਰੱਖਣਾ ਆਪਾਂ ਨੇ, ਮੈਂ ਤੁਹਾਨੂੰ ਸਿੰਪਲ ਦੱਸੂਗਾ ਸਾਈਨ 0 ਕਿੰਨਾ ਹੁੰਦਾ। ਮੈਂ ਤੁਹਾਨੂੰ ਪੁੱਛੂੰਗਾ, ਦੇਖੋ ਸਾਰੀ ਕਹਾਣੀ 90 ਦੀ ਹੈ, 90 ਬਣੇ, ਸਾਈਨ ਅਤੇ ਕੋਸ ਆਪਸ ਮਿਲੇ ਹੋਏ ਨੇ, ਮਤਲਬ ਜਿਵੇਂ ਹੁਣ ਸਾਈਨ 0 ਆ ਕੋਸ 90 ਆ, ਮਤਲਬ ਆ 0 ਅਤੇ ਆ 90, 0 ਪਲੱਸ 90 90 ਆ ਗਿਆ। ਜਿੰਨੀ ਵੈਲਿਊ ਸਾਈਨ 0 ਦੀ ਹੈ ਉਨੀ ਉਹ ਕੋਸ 90 ਦੀ ਹੈ। ਗੱਲ ਸਮਝ ਨਹੀਂ ਆਈ, ਦੁਬਾਰਾ ਦੇਖੋ ਬੇਟਾ। ਮੈਂ ਕਹਾਂ ਕਿ ਸਾਈਨ 30 ਦੀ ਕਿੰਨੀ ਕੀਮਤ ਹੈ, ਬੇਟਾ ਜਿੰਨੀ ਸਾਈਨ 30 ਦੀ ਹੈ ਉਨੀ ਉਹ ਕੋਸ 60 ਦੀ ਆ। 90 ਬਣਾਓ ਨਾ ਬੇਟਾ, 30 ਅਤੇ 60 90, ਸਾਈਨ ਅਤੇ ਕੋਸ ਐਵੇਂ ਮਿਲੇ ਹੋਏ ਨੇ। ਮੈਂ ਕਹਾਂ ਕਿ ਜਿੰਨੀ ਸਾਈਨ 45 ਦੀ ਹੈ ਉਨੀ ਹੀ ਕੋਸ 45 ਦੀ ਹੋਊਗੀ, ਕਿਉਂਕਿ 45 45 90 ਹੁੰਦੇ ਨੇ, ਠੀਕ ਹੈ। ਇਸੇ ਤਰ੍ਹਾਂ ਬੱਚੇ ਮੈਂ ਕਹਾਂ ਕਿ ਸਾਈਨ 60 ਦੀ ਕਿੰਨੀ ਵੈਲਿਊ ਆ, ਤੁਸੀਂ ਕਹੋਗੇ ਸਰ ਜਿੰਨੀ ਸਾਈਨ 60 ਦੀ ਆ ਉਨੀ ਕੋਸ ਕਿਹਦੀ ਹੋਊਗੀ, 90 ਬਣਾਓ ਬੇਟਾ, ਦੇਖੋ ਆ 60 ਹੈ ਤਾਂ ਫਿਰ 30 ਦੀ ਹੋਊਗੀ। ਮੈਂ ਕਹਾਂ ਜੀ ਕਿੰਨੀ ਵੈਲਿਊ ਸਾਈਨ 90 ਦੀ ਹੈ, ਤੁਸੀਂ ਕਹੋਗੇ ਯਾਰ ਸਰ ਸਾਈਨ 90, ਤਾਂ ਫਿਰ ਜੇ 90 ਹੈ 90 ਤਾਂ ਪੂਰਾ ਹੀ ਹੋ ਗਿਆ, ਪਿੱਛੇ ਗਿਆ ਬੱਚੀ 0, ਤਾਂ ਉਹੀ ਵੈਲਿਊ ਕੋਸ 30 ਦੀ ਹੈ। ਬੇਟਾ ਇਹਦਾ ਇੱਕ ਹੋਰ ਮੈਥਡ ਵੀ ਆ, ਪਰ ਮੈਨੂੰ ਆਹ ਪਸੰਦ ਹੈ, ਕਿਉਂਕਿ ਆਪਾਂ ਨੂੰ ਉੱਥੇ ਲੋੜ ਇਹਦੀ ਪੈਣੀ ਹੈ, ਸਿੱਧੀ ਐਵੇਂ ਲੋੜ ਪੈ ਜਾਂਦੀ ਆਪਾਂ ਨੂੰ। ਸਾਈਨ 0 0 ਬੇਟਾ, ਕੋਸ 90 ਵੀ 0, ਸਾਈਨ 30 1/2 ਬੇਟਾ, ਠੀਕ ਹੈ, ਤਾਂ ਕੋਸ 60 ਵੀ 1/2 ਆ। ਸਾਈਨ 45 ਕੋਸ 45 1/√2 ਬੇਟਾ, ਸਾਈਨ 60 √3/2 ਬੇਟਾ, ਸਾਈਨ 90 1 ਤਾਂ ਕੋਸ 0 ਵੀ 1, ਐਵੇਂ ਆ। ਇਹ ਤੁਸੀਂ ਵੈਲਿਊਜ਼ ਯਾਦ ਕਰਨੀ ਹੈ। ਹੁਣ ਕਿਸੇ ਬੱਚੇ ਦੇ ਮਨ 'ਚ ਆਊਗਾ ਕਿ ਸਰ ਨੇ ਸਿਰਫ ਸਾਈਨ ਅਤੇ ਕੋਸ ਦੀ ਦੱਸੀ ਹੈ ਵੈਲਿਊ, ਬੇਟਾ ਕੋਸੈਕ ਦੀ ਕਿਆ ਹੋਊਗੀ, ਸਾਈਨ ਦੇ ਉਲਟ ਹੋ ਜੂਗੀ ਨਾ। ਕਿਵੇਂ? ਐਗਜ਼ਾਮਪਲ ਦੇ ਤੌਰ 'ਤੇ ਦੱਸੋ ਮੈਨੂੰ। ਜੇ ਮੈਂ ਤੁਹਾਨੂੰ ਕਹਾਂ ਕਿ ਕੋਸੈਕ 30 ਕਿੰਨਾ, ਬੇਟਾ ਕੋਸੈਕ 30 ਕਿੰਨਾ, ਉਹ ਸਾਈਨ 30 ਦਾ ਉਲਟਾ ਹੈ। ਤਾਂ ਮੇਰੇ ਪਿਆਰੇ ਬੱਚਿਓ ਸਾਈਨ 30 ਕਿੰਨਾ, ਉੱਪਰ ਦੇਖੋ ਸਾਈਨ 30 ਕਿੰਨਾ, ਸਾਈਨ 30 1/2 ਹੈ, ਤਾਂ ਇਹ ਕਿੰਨਾ ਹੋ ਜਾਊਗਾ, ਕਿੰਨਾ ਹੋ ਜਾਊਗਾ ਬੇਟਾ, ਇਹ ਕਿੰਨਾ ਹੋ ਜਾਊਗਾ ਦੱਸੋ। ਸਾਈਨ 30 1/2 ਹੈ, ਠੀਕ ਹੈ, 1/1/2 ਦੈਟ ਵਿਲ ਗਟ 2, ਸਿੱਧਾ ਲਿਖ ਦਿਓ ਆਪਾਂ ਕਿ ਕੋਸੈਕ 30 2 ਆ ਜਾਊਗਾ, 1/2 ਦਾ ਉਲਟ 2/1, ਇਸ ਤਰ੍ਹਾਂ। ਅੱਛਾ ਮੇਨ ਗੱਲ ਕੀ ਆ ਕਿ ਜੇ ਮੈਂ ਤੁਹਾਨੂੰ ਪੁੱਛ ਲਵਾਂ ਟੈਨ ਦੀਆਂ ਵੈਲਿਊਜ਼, ਟੈਨ ਦੀਆਂ ਮੰਨ ਲਓ ਇੱਥੇ ਰੱਬ ਕਰ ਦਿੰਦੇ ਹਾਂ, ਚਲੋ ਆਪਾਂ ਇਸ ਨੂੰ ਨੈਕਸਟ ਚੱਲਦੇ ਹਾਂ। ਮੈਂ ਕਹਾਂ ਕਿ ਟੈਨ 0 ਕਿੰਨਾ, ਉਹ ਆਪਣੇ ਕੋਲ ਬੇਟਾ ਦੇਖੋ ਟੈਨ ਸਾਈਨ ਬਟੇ ਕੋਸ ਹੁੰਦਾ, ਸਾਈਨ 0 ਬਟਾ ਕੋਸ 0। ਹੁਣ ਸਾਈਨ 0 ਕਿੰਨਾ ਹੁੰਦਾ 0, ਟੇਬਲ ਦੇਖ ਲਿਓ, ਕੋਸ 0 1, ਤਾਂ ਕਿੰਨਾ ਆ ਗਿਆ 0, ਮਤਲਬ ਆਪਾਂ ਵੈਲਿਊਜ਼ ਨੂੰ ਡਿਵਾਈਡ ਕਰਨਾ। ਮੈਂ ਪੁੱਛਾਂ ਜੀ ਟੈਨ 30 ਕਿੰਨਾ, ਤਾਂ ਹੁਣ ਦੇਖੋ ਸਾਈਨ 30 ਕਿੰਨਾ ਹੁੰਦਾ ਅਤੇ ਕੋਸ 30 ਕਿੰਨਾ ਹੁੰਦਾ, ਮਤਲਬ ਉਹਦੀ ਵੈਲਿਊਜ਼ ਡਿਵਾਈਡ ਕਰ ਦੇਣੀਆਂ ਨੇ। ਸਾਈਨ 30 1/2, ਕੋਸ 30 √3/2, 2 ਕੈਂਸਲ, ਮਤਲਬ 1/√3।
ਐਂ ਬੇਟਾ ਮੈਂ ਤੁਹਾਨੂੰ ਪੁੱਛਾਂ ਕਿ tan 45 ਕਿੰਨਾ, ਉਹ ਹੋ ਜਾਊਗਾ sin 45 ਬਟੇ cos 45। sin 45 1/√2, cos 45 1/√2, ਆ ਕੱਟੇ ਗਏ ਤਾਂ ਕਿੰਨਾ ਆ ਗਿਆ 1। ਐਂ ਹੀ ਬੇਟਾ ਮੈਂ ਤੁਹਾਨੂੰ ਪੁੱਛਾਂ ਕਿ tan 60 ਕਿੰਨਾ, ਮੈਂ ਐਵੇਂ ਕਾਹਤੋਂ ਕਰਵਾ ਰਿਹਾ। ਇੱਕ ਤਰੀਕਾ ਹੋਰ ਵੀ ਹੈ, ਮੈਂ ਐਵੇਂ ਤਾਂ ਕਰਵਾ ਰਿਹਾ ਕਿ ਤੁਹਾਨੂੰ ਘੱਟੋ ਘੱਟ ਪਤਾ ਲੱਗ ਜਾਵੇ ਕਿ sin ਬਟੇ cos tan ਹੁੰਦਾ। ਬਾਰ ਬਾਰ ਲਿਖਣ ਨਾਲ ਤੁਹਾਡੇ ਦਿਮਾਗ ਛਪ ਜਾਊਗਾ। sin 60 ਵਰਗਮੂਲ 3/2, cos 60 1/2, ਆ ਕੈਂਸਲ, ਇਹ ਆ ਗਿਆ √3। ਇਸੇ ਤਰ੍ਹਾਂ ਫਿਰ ਬੇਟਾ ਜੇ ਮੈਂ ਪੁੱਛਾਂ tan 90, ਠੀਕ ਹੈ, ਤੁਸੀਂ ਕਹੋਗੇ sin 90 ਅਤੇ cos 90। sin 90 ਕਿਆ ਸੀ 1 ਅਤੇ ਨੀਚੇ ਕਿਆ ਆ ਗਈ 0, ਤਾਂ ਅਸੀਂ ਕੀ ਲਿਖਾਂਗੇ ਅਨਡਿਫਾਈਨਡ, ਪਰਿਭਾਸ਼ਿਤ ਨਹੀਂ। ਬੇਟਾ ਹੁਣ ਦੇਖੋ ਤੁਹਾਨੂੰ ਮੈਂ ਇੱਕ ਤਰੀਕਾ ਹੋਰ ਦੱਸਣ ਲੱਗਿਆ। ਅਸਲ ਦੇ ਵਿੱਚ ਪਤਾ ਕੀ ਸੀਗਾ, ਇਹ ਟੇਬਲ ਨੂੰ ਯਾਦ ਕਰਨ ਵਾਸਤੇ ਨਾ ਇਸ ਤਰ੍ਹਾਂ 0 ਵਾਲਿਆ, ਪਰ ਮੈਂ ਤੁਹਾਨੂੰ ਬੈਸਟ ਦੱਸ ਕੇ ਹਟਿਆ, ਬੈਸਟ। ਇਹ ਵੀ ਤਰੀਕਾ ਹੈਗਾ, ਠੀਕ ਹੈ, ਪਰ ਮੈਨੂੰ ਉਵੇਂ ਦੱਸਣ ਦਾ ਤਾਂ ਦੱਸਿਆ ਤੁਹਾਨੂੰ ਯਾਦ ਹੋ ਜਾਊਗਾ ਵਧੀਆ ਕਿ ਸਾਈਨ ਨੂੰ ਕੋਸ ਨਾਲ ਡਿਵਾਈਡ ਕਰੇ ਅਤੇ ਕੀ ਆ ਜਾਂਦਾ, ਟੈਨ ਆ ਜਾਂਦਾ। ਫਿਲਹਾਲ ਤੁਸੀਂ 10ਵੀਂ 'ਚੋਂ ਤੁਹਾਨੂੰ 90 ਤੱਕ ਲੋੜ ਆ, ਮੈਂ ਤਾਂ ਇਹ 360 ਤੱਕ ਬਣਾ ਦੂੰ ਟੇਬਲ। sin 0 0, sin 30 1/2, sin 45 1/√2, √3/2, sin 90 1। ਇੱਕ ਲਾਈਨ ਯਾਦ ਕਰ ਲਓ ਬਸ, ਇਹ ਵੀ ਤਰੀਕਾ ਹੁੰਦਾ। ਹੁਣ ਪੁੱਠਾ ਲਿਖ ਦਿਓ, ਆ ਇੱਕ ਹੈ ਨਾ, ਇਹਨੂੰ ਚੱਕ ਕੇ ਇੱਥੇ ਲਿਖ ਦਿਓ, ਆ ਚੱਕ ਕੇ ਇੱਥੇ ਲਿਖ ਦਿਓ, ਆ ਇੱਥੇ ਦਾ ਇੱਥੇ ਰਹਿਣ ਦਿਓ, ਇਹ ਚੱਕ ਕੇ ਇੱਥੇ ਲਿਖ ਦਿਓ, ਆ 0 ਚੱਕ ਕੇ ਇੱਥੇ ਲਿਖ ਦਿਓ। ਹੁਣ ਡਿਵਾਈਡ ਕਰ ਲਓ, 0/1 0, 1/2/3/2, ਆਹ ਡਿਵਾਈਡ ਕਰਾਂਗੇ ਇਹ। 9 ਮਿੰਟ ਕਲਰ ਚੇਂਜ ਕਰਕੇ ਦੱਸਦਾ। ਹਾਂ, ਆਹ ਕੱਟੇ ਜਾਣਗੇ ਰੂਟ ਤਾਂ ਕੀ ਆ ਜਾਊਗਾ 1/√3। ਜਦੋਂ ਆਪਾਂ ਇਹ ਡਿਵਾਈਡ ਕਰਾਂਗੇ ਇਹ ਸਾਰਾ ਸੇਮ ਕੱਟ ਜਾਣਾ, ਔਰ 1 ਆ ਜਾਣਾ। ਹੁਣ ਜੇ ਆਹ ਡਿਵਾਈਡ ਕਰਾਂਗੇ, ਆਹ ਕੱਟਿਆ ਗਿਆ √3 ਆ ਜਾਣਾ, ਅਤੇ 1/0 ਦੈਟ ਇਜ਼ ਅਨਡਿਫਾਈਨਡ। ਠੀਕ ਹੈ ਜੀ, ਓਕੇ, ਦੈਟਸ ਆਲ। ਅੱਗੇ ਬੇਟਾ ਲਾਸਟ ਗੱਲ ਹੈ, ਸਾਰੀ ਕਹਾਣੀ ਹੈ ਕੋ ਦੀ। ਇਹ ਵੀ ਬੜੇ ਕੰਮ ਦੀ ਚੀਜ਼ ਆ। ਦੇਖੋ ਤੁਹਾਨੂੰ ਸਿਰਫ 90 ਤੱਕ ਹੀ ਹੈ, 11ਵੀਂ 'ਚ ਹੋਣਗੇ 360 ਅਬਵ ਚੱਲੂਗਾ ਸਾਰਾ ਕੁਛ, ਠੀਕ ਹੈ, ਐਵੇਂ ਹੈ। ਫਿਰ ਅੱਗੇ ਅੱਗੇ ਪੜ੍ਹਾਈ ਇਹੀ ਤਾਂ ਹੈ, ਹੋਰ ਕੀ ਹੈ। ਹੁਣ ਸਾਰੀ ਕਹਾਣੀ ਕੋ ਦੀ ਹੈ। ਕੋ ਵਾਟ ਇਜ਼ ਕੋ। ਮੈਂ ਲਿਖਿਆ ਹੋਵੇ sin 90 - ਥੀਟਾ, ਜਿੱਥੇ ਐਵੇਂ ਲਿਖਿਆ ਹੋਵੇ, ਜਾਂ ਲਿਖਿਆ ਹੋਵੇ cos 90 - ਥੀਟਾ, ਜਾਂ ਲਿਖਿਆ ਹੋਵੇ secant 90 - ਥੀਟਾ, ਕਿਤੇ ਐਵੇਂ ਲਿਖਿਆ ਤੁਸੀਂ ਦੇਖੋ, ਜਾਂ ਕਿਤੇ ਲਿਖਿਆ ਹੋਵੇ cosec 90 - ਥੀਟਾ, ਜਾਂ ਤੁਹਾਨੂੰ ਕਿਤੇ ਮਿਲ ਜਾਵੇ ਕੀ ਰਹਿ ਗਿਆ tan 90 - ਥੀਟਾ, ਜਾਂ ਤੁਹਾਨੂੰ ਕਿਤੇ ਮਿਲ ਜਾਵੇ cot 90 - ਥੀਟਾ। ਜਦੋਂ ਤੁਹਾਨੂੰ ਇਹੋ ਜਿਹਾ ਕੁਛ ਮਿਲੇ, 90 ਦਾ ਮਤਲਬ ਹੁੰਦਾ ਚੇਂਜ ਕਰਨਾ। ਕੀ ਕਰਨਾ? ਚੇਂਜ, ਬਦਲਣਾ। ਹੁਣ ਸਾਈਨ ਨੇ ਬਦਲ ਜਾਣਾ, ਸਾਈਨ ਨੇ ਕੀ ਕਰਨਾ? ਬਦਲ ਜਾਣਾ। ਸਾਈਨ ਨੂੰ ਆਪਾਂ ਬਦਲਾਂਗੇ ਕਿਵੇਂ? ਧਿਆਨ ਨਾਲ ਸੁਣਨਾ। ਕੋ ਲਗਾ ਦਿਓ ਮੂਹਰੇ, ਬਸ ਚੇਂਜ ਕਰਨ ਵਾਸਤੇ ਕੀ ਕਰਨਾ ਹੋਊਗਾ? ਕੋ ਲਗਾ ਦੇਣਾ। ਜਿਹਦੇ ਮੂਹਰੇ ਕੋ ਪਹਿਲਾਂ ਲੱਗਿਆ ਹੋਊਗਾ ਉਹ ਹਟਾ ਦੇਣਾ। ਕਹਿਣ ਦਾ ਭਾਵ sin 90 - ਥੀਟਾ, 90 ਦਾ ਮਤਲਬ ਹੁੰਦਾ ਚੇਂਜ। 90 ਦਾ ਮਤਲਬ ਕਿਆ ਹੁੰਦਾ? ਚੇਂਜ, ਬਦਲੋ, ਬਸ ਆਹ ਮਤਲਬ ਆ। ਇਹਦੇ ਮੂਹਰੇ ਕੋ ਲਗਾਓ, ਇੱਥੇ ਲਗਾ ਦਿਓ ਕੋ, ਤਾਂ ਕੀ ਬਣ ਜੂ ਇਹ? cos ਥੀਟਾ। ਓਕੇ, sin 90 - ਥੀਟਾ ਕੀ ਬਣਿਆ? cos ਥੀਟਾ। ਓਕੇ, ਕਲੀਅਰ, ਸਮਝ ਆ ਗਿਆ ਹੁਣ। ਇਸ ਤਰ੍ਹਾਂ ਕਰਨਾ ਆਪਾਂ ਨੇ। ਹੁਣ ਮੈਂ ਕਹਾਂ ਕਿ cos 90 - ਥੀਟਾ, ਇਹਦੇ ਮੂਹਰੇ ਤਾਂ ਕੋ ਪਹਿਲਾਂ ਹੀ ਪਿਆ, ਆ ਕੋ ਕੱਟ ਦਿਓ ਤਾਂ ਕੀ ਆ ਗਿਆ? ਐਸ ਬਚਿਆ, ਮਤਲਬ sin ਥੀਟਾ। secant 90 - ਥੀਟਾ ਕਿਆ ਹੁੰਦਾ? ਮੂਹਰੇ ਕੋ ਲਗਾਓ, cosec ਥੀਟਾ। ਇਹਦੇ ਮੂਹਰੇ ਤਾਂ ਪਹਿਲਾਂ ਹੀ ਕੋ ਲੱਗਿਆ ਪਿਆ, ਇਹਨੂੰ ਕੱਟ ਦਿਓ, ਕੀ ਰਹਿ ਗਿਆ? sec ਥੀਟਾ। tan 90 - ਥੀਟਾ ਕਿਆ ਹੋਊਗਾ? ਮੂਹਰੇ ਕੋ ਲਗਾ ਦਿਓ ਤਾਂ ਕੀ ਬਣ ਜੂ? cot ਥੀਟਾ। ਮੈਂ ਪੁੱਛਾਂ ਕਿ cot 90 - ਥੀਟਾ ਕਿੰਨਾ ਹੁੰਦਾ? ਮੂਹਰੇ ਕੋ ਪਹਿਲਾਂ ਹੀ ਕੱਟ ਦਿਓ, ਰਹਿ ਗਿਆ t for tan ਥੀਟਾ। ਇਹ ਸੀ ਕਹਾਣੀ ਕੋ ਦੀ। ਬੇਟਾ ਤੁਸੀਂ ਇਹ ਸਿੱਖ ਗਏ ਨਾ, ਬਸ ਸਭ ਕੁਛ ਤੁਹਾਨੂੰ ਆ ਗਿਆ।
ਇਹ ਤੁਹਾਨੂੰ ਕੰਮ ਕਿੱਥੇ ਆਊ ਇਹੋ ਜਿਹੇ ਸਵਾਲ 'ਚ। ਮੰਨ ਲਓ ਕਿਸੇ ਸਵਾਲ 'ਚ ਐਵੇਂ ਲਿਖਿਆ ਹੋਇਆ ਕਿ ਸਾਈਨ A ਇਜ਼ ਇਕੁਅਲ ਟੂ cos B, ਦੈਨ ਪ੍ਰੂਵ ਕਰੋ ਕਿ A ਪਲੱਸ B ਇਜ਼ ਇਕੁਅਲ ਟੂ 90। ਠੀਕ ਹੈ ਆਨਸਰ। ਤਾਂ ਆਪਾਂ ਉੱਥੇ ਕਰਾਂਗੇ ਸਾਈਨ ਗਿਵਨ ਕੀ ਹੈ, ਸਾਈਨ A ਇਜ਼ ਇਕੁਅਲ ਟੂ cos B। ਹੁਣ ਦੇਖੋ ਇਸ ਇੱਧਰ ਸਾਈਨ ਆ ਤਾਂ ਇੱਧਰ ਵੀ ਸਾਈਨ ਹੋਣਾ ਚਾਹੀਦਾ, ਜਾਂ ਫਿਰ ਦੋਹਾਂ ਪਾਸੇ cos ਹੋਣਾ ਚਾਹੀਦਾ। ਤਾਂ ਆਪਾਂ ਕੀ ਕਰਾਂਗੇ, ਆਹ ਸਾਈਨ A ਆ ਤਾਂ ਇਸ ਜਿਹੜਾ ਇਹ cos B ਆ ਇਹਨੂੰ ਮੈਂ ਲਿਖ ਸਕਦਾ ਸਾਈਨ 90 ਮਾਈਨਸ B। ਕਿਵੇਂ ਲਿਖ ਲਿਆ, ਐਵੇਂ ਲਿਖ ਲਿਆ ਕਰਕੇ ਆਹ ਦੇਖੋ ਜਿਹੜਾ ਸਾਈਨ ਆ ਮੈਂ ਕੀ ਲਿਖ ਸਕਦਾ cos 90 ਮਾਈਨਸ ਥੀਟਾ। 90 ਮਾਈਨਸ ਕਰਕੇ ਆਪਾਂ ਚੇਂਜ ਕਰ ਸਕਦੇ ਹਾਂ, ਤਾਂ ਮੈਂ ਇਸ cos B ਨੂੰ ਕੀ ਲਿਖ ਲਿਆ ਸਾਈਨ 90 ਮਾਈਨਸ, ਐਵੇਂ ਚੇਂਜ ਕਰ ਸਕਦੇ ਹਾਂ। ਹੁਣ ਸਾਈਨ ਨਾਲ ਸਾਈਨ ਕੈਂਸਲ ਹੋ ਗਏ, ਬਚਿਆ A ਬਰਾਬਰ 90 ਮਾਈਨਸ B। ਆ B ਚੱਕ ਕੇ ਸੱਜੇ ਇੱਧਰ ਲਿਆਓ, A ਪਲੱਸ B ਇਜ਼ ਇਕੁਅਲ ਟੂ 90। ਇਹੋ ਜਿਹਾ ਕੋ ਦਾ ਰੋਲ ਆ। ਫਿਰ ਜਿਹੜੇ ਆਪਾਂ ਨੇ ਆਹ ਕਰੇ ਨੇ, ਆਹ ਟੇਬਲ ਜਿਹਾ ਕਰਿਆ, ਇਹ ਸਾਡੇ ਕਿੱਥੇ ਕੰਮ ਆਊਗਾ। ਇਹ ਐਵੇਂ ਸਵਾਲ ਹੋਣਗੇ ਕਿ ਪਤਾ ਕਰੋ ਸਾਈਨ 30 cos 45 ਪਲੱਸ cos 30 ਸਾਈਨ 45। ਬਸ ਆਹੀ ਵੈਲਿਊਜ਼ ਨੇ 0 ਦੀ, 30 ਦੀ, 45 ਦੀ, 60 ਦੀ, 90 ਦੀ। ਬਾਕੀ ਕਿੱਥੇ ਨੇ। ਜੇ ਤੁਹਾਨੂੰ ਪੁੱਛ ਲਵੇ ਸਾਈਨ 15 ਜਾਂ 75, ਉਹ ਕਾਕੇ +1 'ਚ ਹੈ। ਤੁਹਾਨੂੰ ਬਹੁਤ ਘੱਟ ਜਿਹਾ ਕੰਮ ਆ, ਥੋੜ੍ਹਾ ਜਿਹਾ ਕੰਮ ਆ ਤੁਹਾਨੂੰ। ਠੀਕ ਹੈ ਆਪਾਂ ਹਾਲੇ ਸਟਾਰਟਿੰਗ ਕਰ ਰਹੇ ਹਾਂ ਨਾ, ਇਹੀ ਕੁਛ ਅੱਗੇ। ਹੁਣ ਸਾਈਨ 30 ਕਿੰਨਾ ਹੁੰਦਾ 1/2। ਆ ਉੱਪਰ ਦੇਖ ਲਓ, ਆ ਪਿਆ ਸਾਈਨ ਅਤੇ ਆ ਪਿਆ 30। ਯਾਦ ਕਰਨਾ cos 45, cos ਆ ਪਿਆ 45 ਦੀ ਲਾਈਨ 'ਚ ਆ ਜਾਓ 1/√2। ਐਂ ਫਿਰ cos 30 ਆ ਪਿਆ cos ਆ ਪਿਆ 30 √3/2 ਮਲਟੀਪਲਾਈ ਸਾਈਨ 45 1/√2। ਓਕੇ ਤਾਂ ਹੁਣ ਕਿਆ ਹੋ ਜਾਊਗਾ, ਬਸ ਇਹਨੂੰ ਸੈੱਟ ਕਰਕੇ ਲਿਖ ਦਿਓ। ਕਿਆ ਹੋ ਜਾਊਗਾ 1/2√2 ਪਲੱਸ √3/2√2। डिनोमिनेटर सेम ने, बेस सेम ने, जस्ट राइट 1 + √3 और यू कैन राइट √3 + 1 वट एवर योर चॉइस। बेटा मैं नहीं कहता कि तुम इस तरह याद करो, देखो बाकी तो शरद है। ठीक है मैं नहीं कहता कि एवं याद करो, इनू इंज याद करो इस तरह, दैट इज़ मोर बैटर। दिस इज़ राइट मैथड टू रिमेंबर द वैल्यूज़। एवं काम आऊँगियाँ बस 90 देखो जा रखो 90, आ देखो आ 0 है, 0 + 90 मतलब जोड़ 90 बने, मतलब साइन 0 जिन्ना है उन्ना cos 90 होगा। आ 30 है, 30 ते आ 60 90 बनता है। जो साइन 30 है वो cos 60 है, ਜਾਂ फिर ऐ कह लो जो साइन 60 है वो cos 30 है। साइन तो cos ने जिन्ना ये 45 है उन्ना ही आ 45 45 90 आ 90 है तो आ 0। ਐਵੇਂ ਜਾ करो ਵੱਧ ਕੰਮ ਆਊਗਾ। ठीक है जी बेटा ये मैं सारा ਤੁਹਾਨੂੰ बेसिक दसिया। ठीक है जी दोबारा दस दिना एक बारी तुसी की जा करना ਤੁਹਾਨੂੰ ਚੰਗੀ ਤਰ੍ਹਾਂ पता होना चाहिए। सब तो पहली गल कि जी यह त्रिकोणमिति है यह राइट एंगल ट्रायंगल 'ਚ ही लगनी है। दूसरी गल कि आ परपेंडिकुलर क्या होंदा, हाइपो क्या होंदा ते बेस की पहचान करनी है। उस तो बाद चलो अपनी पाइथागोरस नूं क्लीयर ही है। उस तो बाद पंडित बद्री प्रसाद हर हर बोले सोना चांदी तोले की होंदा साइन थीटा P/H, कॉस थीटा क्या होंदा, टैन थीटा क्या होंदा। ओके जी दैन वैल्यूज़ किमें लिखी दी ट्रायंगल 'चों देख के। ठीक है जी दैन आ फार्मूला ये याद करना साइंस थीटा प्लस कॉस थीटा इज इक्वल टू 1। हाले तो सिर्फ 3 फार्मूले हैं, अगे तो फिर बहुत आ जाते हैं। मैं डरा नहीं रहा, थोड़ा प्रिपेयर कर रहे हैं। बड़े तुसी कर्मा वाले हो, तुसी अज पैर रखे ट्रिगोनोमेट्री दे विच, वाओ वाट ए डे। ऐं फिर आह फार्मूला सीकेंस स्क्वायर थीटा माइनस टैन स्क्वायर थीटा इक्वल टू 1। ठीक है जी इसी तरह फिर नैक्सट आह वाला फार्मूला कोसिकेंस स्क्वायर थीटा माइनस कॉस स्क्वायर थीटा इज इक्वल टू 1। तो वैल्यूज़ याद करनिया ने। तो लास्ट में आप की करिया सारी कहानी की सी को दी, कितने गया हो को वाला पेज आ वाला। ये बस ये कदों काम आऊगा जो 90 की गल आऊगी कि साइन 90 माइनस थीटा कितना होंदा, कॉस 90 माइनस थीटा कितना होंदा। दैट्स ऑल बेटा इनू पक्का कर लियो। ठीक है दैन आप फिर क्वेश्चंस करांगे इस चैप्टर दे।